ਬਿਨ ਸੰਗਤ ਮੈਲ ਪਰੀਜੈ ਜੀਓ। ਵਡ ਭਾਗੀ ਸਾਧ ਸੰਗ ਪ੍ਰਾਪਤ। ਤਿਨ ਭੇਟਤ ਦੁਰਮਤ ਖੋਈ। ਤਿਨ ਕੀ ਧੂਰ ਨਾਨਕ ਦਾਸ ਬੰਛੈ। ਜਿਨ ਹਰ ਨਾਮ ਹਿਰਦੈ ਪਰੋਇ। ਧਰਮਾਦਿ ਠਾਂਡੇ ਦਰਬਾਰ। ਤੁਝ ਬਿਨ ਸੁਰਤ ਕਰੈ ਕੋ ਮੇਰੀ। ਦਰਸ਼ਨ ਦੀਜੈ ਖੋਲ ਕੇ ਬਾਰ। ਸੱਜਣ ਸੱਚਾ ਪਾਤਸ਼ਾਹੁ। ਸਿਰ ਸ਼ਾਹਾਂ ਦਾ ਸ਼ਾਹੁ। ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵਿਸਾਹੁ। ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵਿਸਾਹੁ। ਵਾਹਿਗੁਰੂ ਜੀ ਸੋਰਠ। ਮਹੱਲਾ ਪੰਜਵਾ। ਪਰਮੇਸ਼ਰ ਦਿੱਤਾ ਬੰਨਾ। ਦੁਖ ਰੋਗ ਕਾ ਡੇਰਾ ਭੰਨਾ। ਪਰਮੇਸ਼ਰ ਦਿੱਤਾ ਬੰਨਾ। ਦੁਖ ਰੋਗ ਕਾ ਡੇਰਾ ਭੰਨਾ। ਆਨੰਦ ਕਰਹਿ ਨਰ ਨਾਰੀ। ਹਰ ਹਰ ਪ੍ਰਭ ਕਿਰਪਾ ਧਾਰੀ। ਸੰਤੋਖ ਸੁਖ ਹੋਵਾ ਸਭ ਥਾਈ। ਪਾਰ ਬ੍ਰਹਮ ਪੂਰਨ ਪਰਮੇਸ਼ਰ। ਰਬ ਰਹਿਆ ਸਭਨੀ ਜਾਈ। ਰਹਾਉ ਧੁਰ ਕੀ ਬਾਣੀ ਆਈ। ਤਿਨ ਸਗਲੀ ਚਿੰਤ ਮਿਟਾਈ। ਦਇਆਲ ਪੁਰਖ ਮਿਹਰਬਾਨਾ। ਹਰ ਨਾਨਕ ਸਾਚ ਬਖਾਨਾ। ਦਇਆਲ ਪੁਰਖ ਮਿਹਰਬਾਨਾ। ਹਰ ਨਾਨਕ ਸਾਚ ਬਖਾਨਾ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਅੰਤਰਜਾਮੀ। ਜੁਗੋ ਜੁਗ ਅਟਲ ਚਾਬਰ ਤਖਤ ਦੇ ਮਾਲਕ। ਬਾਣੀ ਕੇ ਬੋਹਿਤ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀ। ਆਪ ਵਡਭਾਗੀ ਜਨ ਹੋ। ਵੱਡਿਆਂ ਭਾਗਾਂ ਕਰਕੇ ਜੋ ਸ਼ਬਦ ਵੀ ਅਖੀਰ ਸਮਾਪਤੀ 'ਤੇ ਟਾਈਮ ਚੱਲ ਰਿਹਾ ਸੀ। ਰਾਗੀ ਸਿੰਘ ਸ਼ਬਦ ਪੜ੍ਹ ਰਹੇ ਸੀ। ਵਡਭਾਗੀ ਹਰ ਸੰਗਤ ਪਾਵੈ ਹੈ।
ਭਾਗਹੀਣ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨ ਲੱਭੈ। ਬਿਨ ਸੰਗਤ ਮੈਲ ਭਰੀਜੈ ਜੀਉ। ਵੱਡਿਆਂ ਭਾਗਾਂ ਕਰਕੇ, ਚੰਗੇ ਕਰਮਾਂ ਕਰਕੇ, ਵੱਡਿਆਂ ਭਾਗਾਂ ਵਾਲਿਆਂ ਨੂੰ ਹੀ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਜਿਨ੍ਹਾਂ ਦੇ ਮਾੜੇ ਭਾਗ ਨੇ ਉਹਨਾਂ ਨੂੰ ਸੰਗਤ ਦੀ ਪ੍ਰਾਪਤੀ ਨਹੀਂ ਹੁੰਦੀ। ਉਹਨਾਂ ਨੂੰ ਸੰਗਤ ਵਿੱਚ ਬੈਠ ਕੇ ਗੁਰੂ ਦੀ ਮਹਿਮਾ, ਗੁਰੂ ਦਾ ਜਸ, ਗੁਰੂ ਸਾਹਿਬ ਜੀ ਦਾ ਕੀਰਤਨ ਸੁਣਨਾ, ਕਥਾ ਸੁਣਦਾ, ਬਾਣੀ ਸੁਣਦਾ, ਜਸ ਸੁਣਦਾ, ਇਹ ਸਮਾਂ ਸੁਭਾਗਾ ਜੋ ਇਹ ਪ੍ਰਾਪਤ ਨਹੀਂ ਹੁੰਦਾ। ਵਡਭਾਗੀ ਹਰ ਸੰਗਤ ਪਾਵਹਿ, ਭਾਗਹੀਣ ਭਰਮ ਚੋਟਾਂ ਖਾਵੈ। ਕਹਿੰਦੇ ਉਹ ਭਾਗਾਂ ਦੇ ਹੀਣੇ ਪੁਰਸ਼ ਉਹ ਚੋਟਾਂ ਹੀ ਖਾਂਦੇ ਨੇ, ਠੋਕਰਾਂ ਹੀ ਖਾਂਦੇ ਨੇ। ਭਾਗਹੀਣ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨ ਲੱਭੈ। ਬਿਨ ਸੰਗਤ ਮੈਲ ਭਰੀਜੈ ਜੀਉ। ਬਿਨਾਂ ਸੰਗਤ ਕੀਤਿਆਂ ਜਦੋਂ ਜੀਵ ਸੰਗਤ ਨਹੀਂ ਕਰਦਾ ਤੇ ਆਪਣਾ ਜਿਹੜਾ ਇਹ ਹਿਰਦਾ ਹੈ ਉਹ ਮੈਲ ਦੇ ਨਾਲ ਹੀ ਭਰਦਾ ਜਾਂਦਾ ਹੈ। ਕਿਉਂਕਿ ਆਪਾਂ ਗੁਰਦੁਆਰੇ ਨਹੀਂ ਆਵਾਂਗੇ, ਮੱਥਾ ਨਹੀਂ ਟੇਕਾਂਗੇ, ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਬਾਣੀ ਨਹੀਂ ਸਰਵਣ ਕਰਾਂਗੇ, ਬਾਣੀ ਨਹੀਂ ਪੜ੍ਹਾਂਗੇ। ਇਹ ਜਿਹੜਾ ਹਿਰਦਾ ਤੇ ਪਹਿਲਾਂ ਹੀ ਮੈਲਾ ਹੋਇਆ ਪਿਆ, ਜਨਮ ਜਨਮ ਕੀ ਇਸ ਮਨ ਕੋ ਲਾਗੀ, ਕਾਲਾ ਹੋਆ ਸਿਆਹੋ। ਇਹ ਅੱਗੇ ਹੀ ਪਹਿਲਾਂ ਹੀ ਜਨਮਾਂ ਜਨਮਾਤਰਾਂ ਦੀ ਇਹਨੂੰ ਮੈਲ ਲੱਗੀ ਏ। ਜੇ ਸੰਗਤ ਨਹੀਂ ਕਰੇਗਾ ਤੇ ਤੇਰੇ ਹਿਰਦੇ ਨੂੰ ਮੈਲ ਚੜ੍ਹੇਗੀ। ਸੰਗਤ ਦੇ ਵਿੱਚ ਆਉਣ ਕਰਕੇ ਇਸ ਜਿਹੜੇ ਹਿਰਦੇ ਦੀ ਮੈਲ ਹੈ, ਗੁਰੂ ਦੀ ਆ ਕੇ ਤੂੰ ਗੱਲ ਨਹੀਂ ਸੁਣੇਗਾ ਤੇ ਤੇਰਾ ਹਿਰਦਾ ਹੋਰ ਮੈਲਾ ਹੋ ਜਾਵੇਗਾ। ਜੇ ਤੂੰ ਦੂਰ ਹੁੰਦਾ ਜਾਏਗਾ, ਸਤ ਸੰਗਤ ਕਰੇਗਾ ਤੇ ਠੀਕ ਹੈ, ਤੇ ਜੇ ਤੂੰ ਭੈੜੀ ਸੰਗਤ ਕਰੇਗਾ, ਤੇਰਾ ਜਿਹੜਾ ਹਿਰਦਾ ਪਹਿਲਾਂ ਹੀ ਮੈਲਾ ਹੈ ਉਹ ਹੋਰ ਮੈਲਾ ਹੋ ਜਾਵੇਗਾ। ਤੇ ਇਸ ਕਰਕੇ ਪੰਕਤੀ ਆ ਰਹੀ ਸੀ ਕਿ ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਸੰਗਤ ਕਰਨੀ ਨਾ ਛੱਡੀ, ਗੁਰੂ ਦਾ ਦਰ ਨਾ ਛੱਡੀ। ਗੁਰੂ ਸਾਹਿਬ ਜੀ ਤੈਨੂੰ ਰੋਜ਼ ਸਮਝਾਉਂਦੇ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਆਪ ਜੀ ਸਰਵਣ ਕਰ ਰਹੇ ਸੀ। ਸਤਿਗੁਰੂ ਜੀ ਫਰਮਾ ਰਹੇ ਨੇ ਰਹਾਉ ਦੀਆਂ ਪੰਕਤੀਆਂ ਵਿੱਚ, ਸੰਤੋ ਸੁਖ ਹੋਵਾ ਸਭ ਥਾਈ, ਪਾਰ ਬ੍ਰਹਮਪੂਰਨ ਪਰਮੇਸ਼ਰ ਰੱਬ ਰਿਹਾ ਸਭ ਨਹੀਂ ਜਾਈ। ਉਹ ਵਾਹਿਗੁਰੂ ਪਾਰ ਬ੍ਰਹਮ ਪਰਮਾਤਮਾ ਸਾਰਿਆਂ ਥਾਵਾਂ ਦੇ ਉੱਤੇ ਵਰਤ ਰਿਹਾ ਹੈ, ਮੌਜੂਦ ਹੈ। ਅਤੇ ਸਤਿਗੁਰੂ ਜੀ ਫਰਮਾ ਰਹੇ ਨੇ ਤੇ ਉਹ ਸਾਰੇ ਨੂੰ ਸੁੱਖ ਦੇਣ ਵਾਲਾ ਹੈ। ਇਹ ਸੰਤੋ, ਇਹ ਗੁਰੂ ਦੇ ਪਿਆਰਿਓ, ਇਹ ਗੁਰੂ ਦੇ ਸੰਤੋ, ਉਹ ਸਾਰੇ ਥਾਈਂ ਸੁੱਖ ਦੇ ਰਿਹਾ ਹੈ। ਅਤੇ ਜਿਨ੍ਹਾਂ ਨੇ ਵਾਹਿਗੁਰੂ ਪਰਮਾਤਮਾ ਨੂੰ ਇਹ ਸਮਝ ਲਿਆ ਕਿ ਉਹ ਸਾਰੇ ਥਾਂ ਮੌਜੂਦ ਹੈ, ਉਹ ਸਾਰੇ ਪਰਿਪੂਰਨ ਹੋ ਕੇ ਉਹ ਸਾਰਿਆਂ ਵਿੱਚ ਵਸਿਆ ਹੋਇਆ ਹੈ। ਅਤੇ ਜਿਨ੍ਹਾਂ ਨੇ ਉਸ ਨੂੰ ਪਹਿਚਾਣ ਲਿਆ ਤੇ ਉਹ ਸਾਰਿਆਂ ਨੂੰ ਸੁੱਖ ਦੇਣ ਵਾਲਾ ਹੈ। ਸਤਿਗੁਰੂ ਜੀ ਆਰੰਭ ਵਿੱਚ ਫਰਮਾ ਰਹੇ ਨੇ, ਪਰਮੇਸ਼ਰ ਦਿੱਤਾ ਬੰਨਾ।
ਹੁਣ ਜਿਵੇਂ ਆਪਾਂ ਖੇਤ ਵਿੱਚ ਪਾਣੀ ਲਾਉਂਦੇ ਹਾਂ, ਜਿਵੇਂ ਜ਼ਿਮੀਂਦਾਰ ਖੇਤ ਦੇ ਵਿੱਚ ਪਾਣੀ ਲਾਉਂਦਾ ਹੈ, ਅਤੇ ਜਦੋਂ ਆਪਾਂ ਪਾਣੀ ਨੂੰ ਰੋਕਣਾ ਹੈ, ਜਦੋਂ ਕਿਸੇ ਹੋਰ ਅਗਲੇ ਖੱਤੇ ਵਿੱਚ, ਜਿਵੇਂ ਇੱਕ ਖੱਤੇ ਵਿੱਚ ਪਾਣੀ ਜਾ ਰਿਹਾ ਹੈ ਅਤੇ ਉਹਨੂੰ ਆਪਾਂ ਬੰਦ ਕਰਨਾ ਹੈ, ਅਤੇ ਫਿਰ ਜ਼ਿਮੀਂਦਾਰ ਕਹੀ ਦੇ ਨਾਲ ਮਿੱਟੀ ਪੁੱਟ ਕੇ ਅਤੇ ਉਹਨੂੰ ਫਿਰ ਬੰਨ੍ਹ ਮਾਰਦਾ ਹੈ, ਚੰਗੀ ਤਰ੍ਹਾਂ ਉਹਨੂੰ ਬੰਨ੍ਹ ਮਾਰ ਕੇ ਫਿਰ ਅਗਲੇ ਖੱਤੇ ਵਿੱਚ ਪਾਣੀ ਲਾਉਣਾ ਹੁੰਦਾ ਹੈ। ਫਿਰ ਉਹ ਪਾਣੀ ਅਗਲੇ ਖੱਤੇ ਵਿੱਚ ਜਾਂਦਾ ਹੈ, ਉਹਨੂੰ ਚੰਗੀ ਤਰ੍ਹਾਂ ਜੇ ਬੰਨ੍ਹ ਲਾ ਜਾਵੇ ਤਾਂ ਫਿਰ ਉਹ ਪਾਣੀ ਰੁਕਦਾ ਹੈ। ਜੇ ਕੱਚਾ ਬੰਨ੍ਹ ਮਾਰਾਂਗੇ ਪਾਣੀ ਨਹੀਂ ਖੜੇਗਾ, ਭਾਵ ਉਹਨੂੰ ਪੂਰਾ ਪੱਕਾ ਉਹਨੂੰ ਬੰਨ੍ਹ ਮਾਰਨਾ ਪੈਂਦਾ ਹੈ ਅਤੇ ਫਿਰ ਉਹ ਪਾਣੀ ਰੁਕਦਾ ਹੈ, ਨਹੀਂ ਤਾਂ ਪਾਣੀ ਰੁਕਦਾ ਨਹੀਂ, ਬੰਨ੍ਹ ਮਾਰਨਾ ਹੀ ਪੈਂਦਾ ਹੈ। ਇਸੇ ਤਰ੍ਹਾਂ ਇਹ ਜਿਹੜਾ ਸਾਡਾ ਸਰੀਰ ਹੈ, ਇਹਦੇ ਵਿੱਚ ਵੀ ਵਿਸ਼ੇ ਵਿਕਾਰਾਂ ਰੂਪੀ ਪਾਣੀ ਚੱਲ ਰਿਹਾ ਹੈ, ਅਤੇ ਇਹਨੂੰ ਬੰਨ੍ਹ ਕਿੱਦਾਂ ਮਾਰਨਾ ਹੈ। ਜਿਵੇਂ ਆਪਾਂ ਪਾਣੀ ਰੋਕਣਾ ਅਤੇ ਬੰਨ੍ਹ ਮਾਰਨਾ ਪਵੇਗਾ ਤਾਂ ਹੀ ਪਾਣੀ ਰੁਕੇਗਾ। ਸਤਿਗੁਰੂ ਜੀ ਕਹਿ ਰਹੇ ਨੇ, ਪਰਮੇਸ਼ਰ ਦਿੱਤਾ ਬੰਨਾ। ਵਾਹਿਗੁਰੂ ਪਰਮਾਤਮਾ ਨੇ ਇਹ ਸਾਨੂੰ ਨਾਮ ਰੂਪੀ ਬੰਨਾ ਦਿੱਤਾ ਹੈ। ਹੁਣ ਵਿਸ਼ੇ ਵਿਕਾਰਾਂ ਨੂੰ ਕਿਵੇਂ ਬੰਨ੍ਹ ਮਾਰਨਾ ਹੈ। ਜਿਹੜੇ ਵਿਸ਼ੇ ਵਿਕਾਰ ਚੱਲ ਰਹੇ ਨੇ, ਵਾਹਿਗੁਰੂ ਪਰਮਾਤਮਾ ਨੇ ਸਾਨੂੰ ਬਾਣੀ ਦਿੱਤੀ ਹੈ, ਨਾਮ ਦਿੱਤਾ ਹੈ, ਅਤੇ ਜਿਹੜੇ ਅੰਦਰ ਸਾਡੇ ਹਿਰਦੇ ਵਿੱਚ ਬੜੇ ਤਰ੍ਹਾਂ ਦੇ ਫੁਰਨੇ ਚੱਲਦੇ ਨੇ, ਕਿਉਂਕਿ ਜਦੋਂ ਬੰਦਾ ਨਾਮ ਨਾਲ ਨਾ ਜੁੜਿਆ ਹੋਵੇ ਨਾ, ਉਹਦੇ ਅੰਦਰ ਕੁਛ ਨਾ ਕੁਛ ਚੱਲਦਾ ਹੀ ਰਹਿੰਦਾ ਹੈ, ਕੋਈ ਨਾ ਕੋਈ ਫੁਰਨਾ ਆਉਂਦਾ ਹੀ ਰਹਿੰਦਾ। ਮੈਂ ਐਂ ਕਰ ਲਾਂ, ਕੀ ਹੋਵੇਗਾ, ਕੀ ਬਣੇਗਾ, ਕੀ ਕਰਾਂਗਾ ਮੈਂ, ਜਾਂ ਮੈਂ ਇਹ ਕੰਮ ਕਰ ਲਵਾਂ, ਇਹਦੇ ਵਿੱਚ ਮੈਨੂੰ ਬੜਾ ਮੁਨਾਫਾ ਮਿਲੇਗਾ, ਅਤੇ ਜੇ ਆਪ ਕੰਮ ਕੀਤਾ ਤਾਂ ਇੱਦਾਂ ਨਹੀਂ ਹੋਵੇਗੀ। ਤੁਸੀਂ ਸਵੇਰ ਤੋਂ ਲੈ ਕੇ ਜਦੋਂ ਬੰਦਾ ਉੱਠਦਾ, ਉਹ ਦਿਨੇ ਫਿਰ ਫੁਰਨੇ ਚੱਲਣੇ ਹੋ ਜਾਂਦੇ ਨੇ, ਕਈ ਤਰ੍ਹਾਂ ਦੇ ਫੁਰਨੇ ਚੱਲਦੇ ਨੇ, ਵਿਸ਼ੇ ਵਿਕਾਰਾਂ ਦੇ ਹੋਰ ਕਈ ਫੁਰਨੇ ਚੱਲਦੇ ਨੇ। ਉਹ ਫੁਰਨੇ ਰੁਕਦੇ ਨਹੀਂ। ਉਹ ਫੁਰਨੇ ਕਿਵੇਂ ਰੁਕਣੇ ਨੇ, ਉਹਨੂੰ ਬੰਨ੍ਹ ਮਾਰਨਾ ਪੈਣਾ। ਬੰਨ੍ਹ ਕਿਹੜਾ ਹੈ? ਪਰਮੇਸ਼ਰ ਦਿੱਤਾ ਬੰਨਾ। ਇਹ ਜਿਹੜਾ ਨਾਮ ਰੂਪ ਸਾਨੂੰ ਬੰਨਾ ਦਿੱਤਾ ਹੈ, ਵਿਸ਼ੇ ਵਿਕਾਰ ਤਾਂ ਰੁਕਣੇ ਨੇ ਜਿਵੇਂ ਪਾਣੀ ਨੂੰ ਬੰਨ੍ਹ ਮਾਰ ਕੇ ਰੋਕਿਆ ਜਾਂਦਾ ਹੈ, ਅਤੇ ਇਹ ਬੰਨ੍ਹ ਵੀ ਤਾਂ ਰੁਕਣਾ। ਫਿਰ ਬੰਦਾ ਹੌਲੀ ਹੌਲੀ ਜਦੋਂ ਬਾਣੀ ਪੜ੍ਹਨ ਲੱਗਦਾ ਹੈ, ਫਿਰ ਵੀ ਇਹ ਜਿਹੜੇ ਫੁਰਨੇ ਨੇ ਰੁਕਦੇ ਨਹੀਂ, ਆਪਣਾ ਜ਼ੋਰ ਪੂਰਾ ਪਾਉਂਦੇ ਨੇ। ਅਤੇ ਫਿਰ ਜਦੋਂ ਬੰਦਾ ਹੋਰ ਜ਼ਿਆਦਾ ਅਭਿਆਸ ਕਰਦਾ ਹੈ, ਕਿਉਂਕਿ ਥੋੜ੍ਹਾ ਹੱਠ ਕਰਨਾ ਪੈਂਦਾ ਹੈ, ਥੋੜ੍ਹਾ ਸੰਘਰਸ਼ ਤਾਂ ਕਰਨਾ ਪੈਂਦਾ ਹੈ ਨਾ। ਹੁਣ ਜਿਵੇਂ ਆਪਾਂ ਕੋਈ ਵੀ ਕੰਮ ਕਰਨਾ ਹੈ, ਪੜ੍ਹਾਈ ਕਰਨੀ ਹੈ, ਉਹਦੇ ਵਿੱਚ ਮਿਹਨਤ ਕਰਨੀ ਪੈਂਦੀ ਹੈ, ਥੋੜ੍ਹਾ ਹੱਠ ਕਰਨਾ ਪੈਂਦਾ, ਥੋੜ੍ਹਾ ਸੰਘਰਸ਼ ਕਰਨਾ ਪੈਂਦਾ। ਹੋਰ ਕੋਈ ਕੰਮ ਸਿੱਖਣਾ ਹੈ, ਉਹ ਵੀ ਆਪਣਾ ਟਾਈਮ 'ਤੇ ਲੱਗਦਾ ਹੈ ਨਾ, ਉਹਨੂੰ ਇੱਕੋ ਦਮ ਨਹੀਂ ਬਦਲੇ। ਇਸੇ ਤਰ੍ਹਾਂ ਇਹ ਮਨ ਦੇ ਨਾਲ ਤੁਸੀਂ ਜਿਹੜਾ ਜੰਗ ਕਰਨਾ ਨਾ, ਇਹਨੂੰ ਵੀ ਬੜਾ ਟਾਈਮ ਲੱਗ ਜਾਂਦਾ ਹੈ। ਜੇ ਤਾਂ ਗੁਰੂ ਦੀ ਕਿਰਪਾ ਹੋ ਜੇ ਅਤੇ ਫਿਰ ਤਾਂ ਮਹਾਰਾਜ 91 ਦੇ ਵਿੱਚ ਨਿਹਾਲ ਕਰ ਦਿੰਦੇ ਨੇ। ਅਤੇ ਜੇ ਮੈਲ ਬਹੁਤ ਲੱਗੀ ਹੈ ਹਿਰਦੇ ਨੂੰ, ਮਨ ਬਹੁਤ ਹੀ ਮੈਲ ਦੇ ਨਾਲ ਭਰਿਆ ਪਿਆ, ਜਿਵੇਂ ਕਈ ਵਾਰ ਕਿਸੇ ਭਾਂਡੇ ਨੂੰ ਨਾ ਦਾਗ ਲੱਗ ਜਾਂਦਾ ਹੈ, ਕਈ ਚਿਰਾਂ ਤੋਂ ਪਿਆ ਹੋਵੇ ਭਾਂਡਾ, ਉਹਦੇ ਵਿੱਚ ਕੋਈ ਵਸਤੂ ਪਈ ਹੋਵੇ ਅਤੇ ਉਹ ਕਾਲਾ ਹੋ ਜਾਂਦਾ ਹੈ, ਅਤੇ ਕਈ ਵਾਰ ਉਹਨੂੰ ਮਾਂਜਦੇ ਹਾਂ, ਉਹਨੂੰ ਬੜਾ ਟਾਈਮ ਲੱਗਦਾ, ਉਹਨੂੰ ਚੰਗੀ ਤਰ੍ਹਾਂ ਕੂਚਦੇ ਹਾਂ, ਉਹ ਫਿਰ ਵੀ ਨਹੀਂ ਲੱਥਦਾ, ਬੜਾ ਉਹਨੂੰ ਟਾਈਮ ਲਾਉਣਾ ਪੈਂਦਾ ਹੈ। ਇਸੇ ਤਰ੍ਹਾਂ ਜਿਹੜਾ ਇਹ ਸਾਡਾ ਹਿਰਦਾ ਰੂਪੀ ਭਾਂਡਾ ਹੈ, ਇਹਨੂੰ ਦਾਗ ਲੱਗਿਆ, ਇਹਨੂੰ ਧੋਣ ਵਾਸਤੇ ਇਹ ਕਾਲਾ ਹੋਇਆ ਪਿਆ ਹੈ, ਇਹਨੂੰ ਵੀ ਟਾਈਮ ਲੱਗਦਾ ਹੈ ਕਿ ਉਹ ਮੈਲ ਹੀ ਇੰਨੀ ਚਿਮੜੀ ਹੈ ਕਿਉਂਕਿ ਇਸੇ ਕਰਕੇ ਹਿਰਦੇ ਦੇ ਵਿੱਚ ਕੋਈ ਵਸਤੂ ਹੋਰ ਨਹੀਂ ਟਿਕ ਸਕਦੀ। ਜਦੋਂ
ਕਿਸੇ ਭਾਂਡੇ ਨੂੰ ਆਪਾਂ ਖਾਲੀ ਕਰ ਦਈਏ, ਉਹ ਫਿਰ ਉਹਦੇ ਵਿੱਚ ਹੋਰ ਵਸਤੂ ਪਾਈ ਜਾਂਦੀ ਹੈ। ਇਸੇ ਤਰ੍ਹਾਂ ਇਹ ਸਾਡਾ ਜਿਹੜਾ ਹਿਰਦਾ ਰੂਪੀ ਭਾਂਡਾ ਹੈ, ਉਹ ਖਾਲੀ ਨਹੀਂ, ਨਾਮ ਬਾਣੀ ਤਾਂ ਨਹੀਂ ਟਿਕਦਾ, ਕਿਉਂਕਿ ਪਹਿਲਾਂ ਹੀ ਉਹਦੇ ਅੰਦਰ ਵਸਤੂਆਂ ਬੜੀਆਂ ਪਈਆਂ ਨੇ। ਜਦੋਂ ਉਹਨਾਂ ਨੂੰ ਬਾਹਰ ਕੱਢਾਂਗੇ ਤੇ ਫਿਰ ਹੀ ਕੋਈ ਚੀਜ਼ ਟਿਕੇਗੀ। ਇਸ ਕਰਕੇ ਇਹ ਜਿਹੜਾ ਸਾਡਾ ਹਿਰਦਾ ਹੈ, ਉਹਨੂੰ ਕਿਵੇਂ ਬੰਨ ਮਾਰਨਾ ਹੈ? ਉਹਨੂੰ ਬੰਨ ਐਸਾ ਮਾਰਨਾ, ਪਰਮੇਸ਼ਰ ਦਿੱਤਾ ਬੰਨਾ। ਵਾਹਿਗੁਰੂ ਪਰਮਾਤਮਾ ਦਾ ਜਿਹੜਾ ਨਾਮ ਹੈ, ਸਾਨੂੰ ਨਾਮ ਬਖਸ਼ਿਸ਼ ਕੀਤਾ ਹੈ, ਉਹਦਾ ਤੁਸੀਂ ਬੰਨ ਮਾਰਨਾ। ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਮੰਤਰ ਦਾ ਜਾਪ ਕਰਨਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੈ। ਨਾਮ ਦਾ ਬੰਨ ਮਾਰਨਾ, ਬਾਣੀ ਦਾ ਬੰਨ ਮਾਰਨਾ। ਹੋਰ ਕੀ, ਸਤ ਸੰਗਤ ਵਿੱਚ ਬੈਠ ਕੇ ਕੀਰਤਨ ਰੂਪ ਕੀਰਤਨ ਨੂੰ ਸੁਣਨਾ, ਕਥਾ ਸੁਣਨੀ, ਇਹ ਇੱਕ ਬੰਨ ਹੈ। ਮਨ ਨੂੰ ਜਿਹੜੇ ਫੁਰਨੇ ਚੱਲ ਰਹੇ ਨੇ, ਉਹਨਾਂ ਦਾ ਬੰਨ ਮਰ ਜਾਏਗਾ। ਫਿਰ ਕੋਈ ਹੈਗਾ, ਸਤਿਗੁਰੂ ਜੀ ਕਹਿ ਰਹੇ ਨੇ ਪਰਮੇਸ਼ਰ ਨੇ ਨਾਮ ਰੂਪੀ ਸਾਨੂੰ ਇਹ ਦਿੱਤਾ ਅਤੇ ਅਸੀਂ ਜਪ ਕੇ ਉਸ ਨੂੰ ਬੰਨ ਮਾਰ ਲਿਆ। ਫਿਰ ਕੀ ਹੋਇਆ? ਜਦੋਂ ਬੰਨ ਮਾਰ ਦਿੱਤਾ, ਦੁੱਖ ਰੋਗ ਕਾ ਡੇਰਾ ਭੰਨਾ। ਫਿਰ ਕਹਿੰਦੇ ਜਿਹੜੇ ਸਾਡੇ ਅੰਦਰ ਵਿਸ਼ੇ ਵਿਕਾਰ, ਹੋਰ ਜਿਹੜੇ ਝਗੜਲ, ਹਰੇਕ ਤਰ੍ਹਾਂ ਦੇ ਜਿਹੜੇ ਅੰਦਰ ਦੁੱਖ ਸਨ, ਉਹਨਾਂ ਨੂੰ ਕਹਿੰਦੇ ਦੁੱਖ ਰੋਗ ਕਾ ਡੇਰਾ ਭੰਨਾ। ਉਹਨਾਂ ਨੂੰ ਭੰਨ ਦਿੱਤਾ, ਉਹ ਸਾਰੇ ਨੱਸ ਗਏ। ਜਦੋਂ ਨਾਮ ਰੂਪੀ ਬੰਨਾ ਮਾਰ ਦਿੱਤਾ ਅਤੇ ਦੁੱਖ ਰੋਗ ਕਾ ਡੇਰਾ ਭੰਨਾ। ਜਿਹੜੇ ਦੁੱਖ ਚਿਮੜੇ ਹੋਏ ਸਨ, ਉਹ ਸਾਰੇ ਭਾਵ ਭੰਨੇ ਗਏ, ਨਾਸ ਹੋ ਗਏ। ਫਿਰ ਕੀ ਹੁੰਦਾ? ਜਦੋਂ ਦੁੱਖ ਦੂਰ ਹੋ ਜਾਂਦੇ ਨੇ, ਫਿਰ ਇਹਦਾ ਆਨੰਦ ਹੁੰਦਾ। ਜਦੋਂ ਬੰਦਾ ਤੰਦਰੁਸਤ ਹੋਵੇ, ਹਰੇਕ ਤਰ੍ਹਾਂ ਦਾ ਕੋਈ ਵੀ ਉਹਨੂੰ ਚਿੰਤਾ ਨਹੀਂ, ਐਨ ਫਿੱਟ ਹੈ, ਅਤੇ ਫਿਰ ਉਹ ਪੂਰਾ ਆਨੰਦ ਦੇ ਵਿੱਚ ਰਹਿੰਦਾ। ਫਿਰ ਜਦੋਂ ਬੰਦਾ ਬਿਮਾਰ ਹੋਵੇ, ਦੁੱਖ ਚਿਮੜੇ ਹੋਣ, ਅਤੇ ਉਹ ਦੁਖੀ ਜਿਹਾ ਹੀ ਰਹਿੰਦਾ ਹੈ। ਆਪਣਾ ਦੁੱਖ ਕਦੇ ਕਿਸੇ ਨੂੰ ਦੱਸੇਗਾ, ਕਦੇ ਕਿਸੇ ਨੂੰ ਦੱਸੇਗਾ। ਅਤੇ ਸਤਿਗੁਰੂ ਜੀ ਕਹਿ ਰਹੇ ਨੇ, ਵਾਹਿਗੁਰੂ ਪਰਮਾਤਮਾ ਨੇ ਨਾਮ ਰੂਪੀ ਬੰਨਾ ਦੇ ਕੇ ਸਾਡਾ ਜਿਹੜਾ ਦੁੱਖਾਂ ਦਾ ਜਿਹੜੇ ਅੰਦਰਲੇ ਰੋਗ ਸਨ, ਦੁੱਖ ਰੋਗ ਕਾ ਡੇਰਾ ਭੰਨਾ। ਜਿਨ੍ਹਾਂ ਨੇ ਇਹ ਜਿਹੜਾ ਡੇਰਾ ਜਮਾਇਆ ਹੋਇਆ ਸੀ, ਉਹ ਭੰਨ ਦਿੱਤਾ, ਨਾਸ਼ ਕਰ ਦਿੱਤਾ, ਅਤੇ ਉਹ ਦੁੱਖ ਰੂਪ ਸਾਰੇ ਚਾਲੇ ਪਾ ਗਏ। ਆਨੰਦ ਕਰਹਿ ਨਰ ਨਾਰੀ। ਜਿਨ੍ਹਾਂ ਦਾ ਇਹ ਜਿਹੜਾ ਦੁੱਖ ਰੂਪ ਅੰਦਰਲਾ ਡੇਰਾ ਉਹ ਭੰਨਿਆ ਜਾਂਦਾ ਨਾ, ਜਿਹੜੇ ਵਾਹਿਗੁਰੂ ਦੀ ਬੰਦਗੀ ਕਰਕੇ ਬੰਨ ਮਾਰ ਲੈਂਦੇ ਨੇ, ਅਤੇ ਉਹਨਾਂ ਦਾ ਜਿਹੜਾ ਦੁੱਖਾਂ ਦਾ ਡੇਰਾ ਅੰਦਰ ਉਹ ਭੰਨਿਆ ਜਾਂਦਾ, ਨਾਸ ਹੁੰਦਾ। ਫਿਰ ਕੀ ਕਹਿੰਦਾ ਵੀ ਆਨੰਦ ਕਰਹਿ ਨਰ ਨਾਰੀ। ਫਿਰ ਸਾਰੇ ਹੀ ਆਨੰਦ ਮਾਣਦੇ ਨੇ, ਨਰ ਵੀ ਮਨੁੱਖ ਵੀ, ਜਿਨ੍ਹਾਂ ਦਾ ਇਹ ਅੰਦਰੋਂ ਦੁੱਖਾਂ ਦਾ ਡੇਰਾ ਭੰਨਿਆ ਜਾਂਦਾ। ਫਿਰ ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹਨਾਂ ਨੂੰ ਸੁੱਖ ਹੀ ਸੁੱਖ ਪ੍ਰਾਪਤ ਹੁੰਦੇ ਨੇ, ਸਦਾ ਆਨੰਦ ਖੇੜੇ ਵਿੱਚ ਰਹਿੰਦੇ ਨੇ। ਜਿਹੜੇ ਪਰਮੇਸ਼ਰ ਦੀ ਬੰਦਗੀ ਕਰਕੇ ਦੁੱਖ ਰੂਪ ਡੇਰੇ ਨੂੰ ਭੰਨ ਲੈਂਦੇ ਨੇ। ਸਤਿਗੁਰ ਸੱਚੇ ਪਾਤਸ਼ਾਹ ਜੀ ਅੱਗੇ ਫਰਮਾ ਰਹੇ ਹਨ, ਰਹਾਉ ਦੀ ਅਗਲੀਆਂ ਪੰਕਤੀਆਂ ਵਿੱਚ ਕਹਿ ਰਹੇ ਹਨ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰਣ ਕੋਏ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਆਵੋ ਸਿੱਖ ਸਤਿ ਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀ ਅਸਰ ਬਾਣੀ। ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਨ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ, ਜਪਿਓ ਸਾਨ ਪਾਣੀ। ਕਹਿ ਨਾਨਕ ਸਦਾ ਗਾਵ ਇਹ ਸੱਚੀ ਬਾਣੀ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨ ਕੋਏ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮਗਤ ਮੇਰੀ।
ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰੂ ਕਾ ਦਰਸ਼ਨ ਪਾਏ ਜੀਓ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿਨ ਹਰ ਚੜਿਆ ਰਾਮ। ਇਹ ਜਿਹੜੀ ਬਾਣੀ ਹੈ ਨਾ, ਸਤਿਗੁਰੂ ਜੀ ਕਹਿ ਰਹੇ ਨੇ ਧੁਰ ਕੀ ਬਾਣੀ ਆਈ। ਇਹ ਬਾਣੀ ਧੁਰ ਦਰਗਾਹੋਂ ਆਈ ਹੈ, ਜੋ ਸਾਨੂੰ ਇਹ ਸਤਿਗੁਰਾਂ ਨੇ ਬਾਣੀ ਬਖਸ਼ਿਸ਼ ਕੀਤੀ ਹੈ ਨਾ। ਇਹ ਬਾਣੀ ਕਿਸੇ ਕਵੀ ਦੀ ਲਿਖਤ ਨਹੀਂ, ਕਿਸੇ ਲਿਖਾਰੀ ਦੀ ਕੋਈ ਉਚਾਰਨ ਨਹੀਂ। ਇਹ ਬਾਣੀ ਧੁਰ ਦਰਗਾਹੋਂ ਆਈ ਹੈ, ਜਿਹੜੀ ਸੰਸਾਰ ਦੇ ਵਿੱਚ ਇਹ ਬਾਣੀ ਦਾ ਜੋ ਪੜ੍ਹ ਕਰਕੇ ਆਪਣਾ ਜੀਵਨ ਸਫਲਾ ਹੁੰਦਾ ਹੈ। ਇਹ ਬਾਣੀ ਸੰਸਾਰ ਦੇ ਵਿੱਚ ਠੰਡ ਪਾ ਰਹੀ ਹੈ। ਧੁਰ ਕੀ ਬਾਣੀ ਆਈ, ਇਹ ਧੁਰ ਦਰਗਾਹੋਂ ਬਾਣੀ ਆਈ ਹੈ। ਅਤੇ ਅਗਲੀ ਪੰਕਤੀ ਵਿੱਚ ਕਹਿ ਰਹੇ ਨੇ ਤਿਨ ਸਗਲੀ ਚਿੰਤ ਮਿਟਾਈ। ਜਿਨ੍ਹਾਂ ਦੇ ਹਿਰਦੇ ਵਿੱਚ ਇਹ ਬਾਣੀ ਆ ਗਈ, ਜਿਹੜੀ ਧੁਰ ਦਰਗਾਹੋਂ ਬਾਣੀ ਆਈ ਹੈ, ਜਾਂ ਧੁਰ ਦੇ ਵਿੱਚ ਬਾਣੀ ਅੰਦਰ ਆ ਗਈ, ਤਿਨ ਸਗਲੀ ਚਿੰਤ ਮਿਟਾਈ। ਉਹਨਾਂ ਦੀ ਕਿਹੜੇ ਸਾਰੇ ਤਰ੍ਹਾਂ ਦੀ ਜਿਹੜੀ ਚਿੰਤਾ ਹੈ ਨਾ, ਉਹ ਮਿਟ ਜਾਂਦੀ ਹੈ। ਵਾਕਿਆ ਹੀ ਮਿਟ ਜਾਂਦੀ ਹੈ ਜਦੋਂ ਬੰਦਾ ਬਾਣੀ ਦੇ ਨਾਲ ਜੁੜ ਜਾਂਦਾ ਹੈ। ਬਾਣੀ ਦੇ ਜਿਹੜੇ ਇਹ ਇੱਕ ਇੱਕ ਸ਼ਬਦ, ਇੱਕ ਇੱਕ ਤੁਕ, ਇਹ ਸੱਚਾਈ ਹੈ, ਬਿਲਕੁਲ ਅਟਲ ਸੱਚਾਈ ਹੈ। ਬਾਣੀ ਦੇ ਨਾਲ ਜਿਹੜਾ ਜੁੜ ਜਾਂਦਾ ਹੈ, ਉਹਦੀ ਚਿੰਤਾ ਮਿਟ ਜਾਂਦੀ ਹੈ। ਹੁਣ ਆਪਾਂ ਕਿਉਂ ਆਉਂਦੇ ਹਾਂ ਇੱਥੇ, ਬਾਣੀ ਸੁਣਦੇ ਹਾਂ, ਕੁਛ ਮਿਲਦਾ ਨਾ। ਹੁਣ ਇੱਥੇ ਬੈਠ ਕੇ ਆਪਾਂ ਗੁਰੂ ਦੀ ਹਜ਼ੂਰੀ ਵਿੱਚ ਬੈਠ ਕਰਕੇ ਬਾਣੀ ਨੂੰ ਸਰਵਣ ਕਰ ਰਹੇ ਹਾਂ। ਜੇ ਆਪਾਂ ਨੂੰ ਕੁਛ ਮਿਲਦਾ ਤਾਂ ਤਾਂ ਹੀ ਆਉਂਦੇ ਹਾਂ ਨਾ, ਤਾਂ ਹੀ ਆ ਕੇ ਆਪਾਂ ਇਹਨਾਂ ਨਾਲ ਸਮਾਂ ਬਹਿੰਦੇ ਹਾਂ। ਇਹ ਜਿਹੜੀ ਗੁਰਬਾਣੀ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਤਿਨ ਸਗਲੀ ਚਿੰਤ ਮਿਟਾਈ। ਭਾਈ ਜਿਹੜਾ ਇਸ ਗੁਰਬਾਣੀ ਦੇ ਨਾਲ ਜੁੜ ਜਾਵੇਗਾ, ਬਾਣੀ ਪੜ੍ਹੇਗਾ, ਬਾਣੀ ਦੀ ਵਿਚਾਰ ਸੁਣੇਗਾ, ਵਿਚਾਰ ਕਰੇਗਾ, ਫਿਰ ਉਹਨਾਂ ਦੀ ਜਿਹੜੀ ਚਿੰਤਾ ਹੈ ਨਾ, ਸਾਰੇ ਤਰ੍ਹਾਂ ਦੀ ਜਿਹੜੀ ਚਿੰਤਾ ਸਾਨੂੰ ਅੰਦਰ ਚਿਮੜੀ ਹੋਈ ਹੈ, ਉਹਨਾਂ ਦੀਆਂ ਚਿੰਤਾਵਾਂ ਮਿਟ ਜਾਂਦੀਆਂ ਨੇ। ਹੁਣ ਬੜੇ ਬੜੇ ਨਾਮ ਦੇ ਬਾਣੀ ਦੇ ਅਭਿਆਸੀ ਦੇਖੇ ਨੇ, ਜਿਹੜੇ ਬਹੁਤ ਬਾਣੀ ਪੜ੍ਹਦੇ ਨੇ। ਇੰਨਾ ਉਹਨਾਂ ਦਾ ਨਿਤਨੇਮ ਹੁੰਦਾ ਹੈ, ਇੰਨਾ ਹੱਠ ਹੁੰਦਾ ਹੈ। ਬੜੇ ਗੁਰਮੁਖ ਪਿਆਰੇ ਦੇਖੇ ਨੇ, ਜਿਹੜੇ ਅੰਮ੍ਰਿਤ ਵੇਲੇ ਤੋਂ ਲੈ ਕੇ ਸਾਰੀ ਦਿਹਾੜੀ ਉਹ ਬਾਣੀ ਨੂੰ ਪੜ੍ਹਦੇ ਰਹਿੰਦੇ ਨੇ। ਕਈ ਗੁਰਮੁਖ ਪਿਆਰੇ 5 ਬਾਣੀਆਂ ਤੋਂ ਇਲਾਵਾ 5 ਗ੍ਰੰਥੀ ਦਾ ਨਿਤਨੇਮ, ਉਸ ਤੋਂ ਬਾਅਦ ਫਿਰ ਸੁੰਦਰ ਗੁਟਕੇ ਦਾ ਨਿਤਨੇਮ, ਫਿਰ ਜਪਜੀ ਸਾਹਿਬ ਜੀ ਦੇ ਪਾਠ। ਕਈ ਗੁਰਮੁਖ ਪਿਆਰੇ ਨੇ ਜਿਹੜੇ ਕੋਈ 25 ਪਾਠ ਕਰਦਾ ਰੋਜ਼, ਕੋਈ 51 ਪਾਠ ਕਰਦਾ। ਜਿਹੜੇ ਨਾਮ ਦੇ ਅਭਿਆਸੀ ਨੇ, ਬਾਣੀ ਦੇ ਜਿਹੜੇ ਅਭਿਆਸੀ ਨੇ, ਜਿਨ੍ਹਾਂ ਦਾ ਬਹੁਤ ਅਭਿਆਸ ਹੈ, ਆਮ ਬੰਦੇ ਦੇ ਵੱਸ ਦੀ ਗੱਲ ਨਹੀਂ, ਜਿਨ੍ਹਾਂ ਦਾ ਅਭਿਆਸ ਬਣ ਜਾਂਦਾ ਅਤੇ ਉਹ ਫਿਰ ਬਾਣੀ ਦੇ ਨਾਲ ਜੁੜ ਜਾਂਦੇ ਨੇ। ਫਿਰ ਨਾਲ 5 ਗ੍ਰੰਥੀ ਦਾ ਨਿਤਨੇਮ, 5 ਬਾਣੀਆਂ ਦਾ ਨਿਤਨੇਮ, ਨਾਲ ਸਹਿਜ ਪਾਠ ਗੁਰੂ ਗ੍ਰੰਥ ਸਾਹਿਬ ਜੀ ਦੇ ਰੋਜ਼, ਕੋਈ 50 ਅੰਗ ਕਰਦਾ, ਕੋਈ 25 ਅੰਗ। ਜਦੋਂ ਬਾਣੀ ਦਾ ਆਨੰਦ ਆ ਜਾਵੇ, ਉਹ ਆਨੰਦ ਹੀ ਵੱਖਰਾ ਹੈ। ਫਿਰ ਉਹ ਬਾਣੀ ਦੇ ਨਾਲ ਜੁੜ ਜਾਂਦੇ ਨੇ, ਫਿਰ ਉਹਨਾਂ ਦੀ ਜਿਹੜੀ ਚਿੰਤਾ ਸਾਰੀ ਮਿਟ ਜਾਂਦੀ ਹੈ। ਦਇਆਲ ਪੁਰਖ ਮਿਹਰਬਾਨਾ ਕੌਣ ਪੜ੍ਹੇਗਾ? ਜਿਨ੍ਹਾਂ ਉੱਤੇ ਵਾਹਿਗੁਰੂ ਪਰਮਾਤਮਾ ਦਇਆਲ ਹੁੰਦਾ ਹੈ, ਅਤੇ ਫਿਰ ਹੀ ਉਹ ਇੰਨੀ ਬਾਣੀ ਪੜ੍ਹ ਸਕਦੇ ਨੇ। ਹਰ ਨਾਨਕ ਸਾਚ ਵਖਾਨਾ, ਸਤਿਗੁਰੂ ਜੀ ਕਹਿ ਰਹੇ ਨੇ, ਪਰਮਾਤਮਾ ਨੇ, ਵਾਹਿਗੁਰੂ ਨੇ ਕਿਰਪਾ ਕੀਤੀ, ਸਾਨੂੰ ਸੱਚ ਦੇ ਨਾਲ ਜੋਤਾ ਅਤੇ ਸਾਨੂੰ ਸਾਰੇ ਤਰ੍ਹਾਂ ਦਾ ਸੱਚ ਦਿਖਾ ਦਿੱਤਾ। ਜਿਹੜੇ ਬਾਣੀ ਦੇ ਨਾਲ ਜੁੜ ਜਾਂਦੇ ਨੇ, ਉਹਨਾਂ ਦੀ ਜਿਹੜੀ ਚਿੰਤਾ ਹੈ, ਉਹ ਸਾਰੇ ਤਰੀਕਾਂ ਦੀ, ਸਾਰੇ ਤਰ੍ਹਾਂ ਦੀ ਮਿਟ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਆ ਹੈ, ਅਤੇ ਅਸੀਂ ਇਹਨੂੰ ਸੁਣ ਕੇ ਆਪਣੇ ਹਿਰਦੇ ਵਿੱਚ ਵਸਾਈਏ, ਤਾਂ ਹੀ ਸਾਡਾ ਜਨਮ ਸਫਲਾ ਹੋ ਸਕਦਾ ਹੈ।
क्योंकि गाविया सुनिया तिनका हर थाए पावै, जिन सतगुर की आज्ञा सत सत कर मानी। बाणी पढ़ लैनी, बाणी सुन लैनी, कथा सुन लैनी, कथा कर लैनी, कीर्तन सुन लैना, कीर्तन कर लेना, वो ठीक है। फिर इस तो जिहड़ी अगला जिहड़ा निचोड़ है ना, वो फिर हुंदा अमल दा, बई अमल किन्ना कीता तूं सुन के बाणी पढ़ के, तूं कुछ अमल कीता है, कोई अपने जीवन दे विच सुधार कीता है। ते जे सुन के अमल नहीं तो फिर उहदा कोई लाभ नहीं हुंदा, क्योंकि बाणी पढ़ के, बाणी सुन के, कथा सुन के ਜਿਹੜੀਆਂ ਆਪਣੀਆਂ ਆਦਤਾਂ ਨੇ ਉਹਨਾਂ ਨੂੰ ਵੀ ਦੂਰ ਕਰਨਾ ਹੈ। ਸਾਡੇ ਅੰਦਰ ਜੋ ਨਿੰਦਿਆ, ਚੁਗਲੀ, ਈਰਖਾ, ਹੰਕਾਰ, ਇਸ ਚੀਜ਼ ਤੋਂ ਵੀ ਬਾਣੀ ਰੋਕਦੀ ਹੈ ਕਿ ਤੂੰ ਨਿੰਦਿਆ ਨਹੀਂ ਕਿਸੇ ਦੀ ਕਰਨੀ, ਕਿਸੇ ਦੇ ਨਾਲ ਈਰਖਾ ਨਹੀਂ ਕਰਨੀ। ਇਹ ਚੀਜ਼ਾਂ ਨੂੰ ਛੱਡਣਾ ਪੈਂਦਾ ਹੈ। ਅਤੇ ਜੇ ਬਾਣੀ ਵੀ ਪੜ੍ਹੀ ਗਿਆ ਅਤੇ ਨਾਲ ਦੀ ਨਾਲ ਸਾਰੀ ਦਿਹਾੜੀ ਨਿੰਦਿਆ ਚੁਗਲੀ 'ਤੇ ਵੀ ਜ਼ੋਰ ਰੱਖਿਆ ਅਤੇ ਚੋਰੀ ਠੱਗੀ ਵੀ ਉਸੇ ਤਰ੍ਹਾਂ ਰੱਖੀ, ਫਿਰ ਕੋਈ ਫਾਇਦਾ ਨਹੀਂ, ਕੋਈ ਲਾਭ ਨਹੀਂ ਮਿਲੇਗਾ। ਇਸ ਕਰਕੇ ਬਾਣੀ ਪੜ੍ਹ ਕੇ ਉਸ 'ਤੇ ਅਮਲ ਕਰਨਾ, ਗੁਰੂ ਸਾਹਿਬ ਜੀ ਨੇ ਸਾਨੂੰ ਕੀ ਆਖਿਆ, ਸਾਨੂੰ ਗੁਰੂ ਸਾਹਿਬ ਜੀ ਕੀ ਕਹਿ ਰਹੇ ਨੇ। ਜਦੋਂ ਬੰਦਾ ਅਮਲ ਕਰੇਗਾ ਫਿਰ ਉਹ ਕੁਛ ਨਾ ਕੁਛ ਲਾਹਾ ਖੱਟ ਜਾਵੇਗਾ। ਅਤੇ ਜੇ ਇਹਦੇ ਵਿੱਚ ਹੀ ਖਚਤ ਰਿਹਾ ਅਤੇ ਫਿਰ ਉਸੇ ਤਰ੍ਹਾਂ ਖਾਲੀ ਦਾ ਖਾਲੀ ਰਹਿ ਜਾਣਾ। ਸਤਿਗੁਰੂ ਜੀ ਨੇ ਆਖਿਆ ਬਾਣੀ ਪੜ੍ਹ ਕੇ ਸੁਣ ਕੇ ਉਹ 'ਤੇ ਅਮਲ ਕਰਨਾ, ਉਹ ਬਹੁਤ ਵੱਡੀ ਪ੍ਰਾਪਤੀ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਦੀ ਦੀਵਾਨ ਦੀ ਸਮਾਪਤੀ ਹੈ। ਭੁੱਲ ਚੁੱਕ ਦੀ ਖਿਮਾ। ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਧੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾ ਵਡਿਆਈਆਂ, ਸ਼ਬਦੋਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰਣਾ। ਅੰਗੀਕਾਰ ਉਹ ਕਰੇ ਤੇਰਾ, ਕਾਰ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋ ਵਸਾਰੀ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇ ਹਿੱਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੀ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਅਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਬਿਟਾ ਹੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਜ ਦੋਤ ਦਿਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੋ ਜਿਨ ਕੋ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਵਾ, ਤਿਤ ਘਰ ਅਨਹਦ ਵਾਜੇ। ਆਨੰਦ ਸੁਨਾ ਵਡ ਭਾਗੀਓ, ਸਗਲ ਮਨੋਹਰਤ ਪੂਰੇ। ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ।
ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ मात पिता हम बाहर कटेरे, तुमरी कृपा में तेरे कोई न जान। ब्रायंत ऊंचे से ऊंचा भगवंत, प्रीत तुमरे सूतर धारी। तुम ते हो सो आज्ञाकारी, मित तुम ही जानी। नानक दास सदा कुर्बानी। वाहिगुरु जी। ਕਿਹੜੇ ਭਾਣੇ ਸਰਬੱਤ ਦਾ ਭਲਾਓ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਵੀ ਚਲਾਇਓ ਪੰਥ, ਗੁਰੂ ਮਾਨਿਓ ਗ੍ਰੰਥ। ਪ੍ਰਗਟ ਗੁਰਾਂ ਕੀ ਦੇ, ਖੋਜ ਸ਼ਬਦ ਮੇਲੇ।
ਆਕੀ ਰਹੇ ਨਾ ਕੋਏ, ਬਚੇ ਸ਼ਰਨ ਜੋ ਹੋਏ। ਚੜੇ ਸੋਤਰੇ ਪਾਰ, ਵਾਹਿਗੁਰੂ ਪਾਰ ਉਤਾਰਨਹਾਰ। ਕਰਗੀ ਸੋ ਹੈ ਸੀਸ, ਗੁਰ ਕਲਗੀ ਤਾਰ ਜਗਦੀਸ਼। ਸਤਿ ਸ੍ਰੀ ਅਕਾਲ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੱਜਣ ਸੱਚਾ ਪਾਤਸ਼ਾਹ, ਫਿਰ ਸਾਹਾਂ ਦਾ ਸਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹ। ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ। ਐਥੈ ਓਥੈ ਰਖਵਾਲਾ, ਪ੍ਰਭ ਸਤਿਗੁਰ ਦੀਨ ਦਇਆਲਾ। ਐਥੈ ਓਥੈ ਰਖਵਾਲਾ, ਪ੍ਰਭ ਸਤਿਗੁਰ ਦੀਨ ਦਇਆਲਾ। ਦਾਸ ਆਪਣੇ ਆਪ ਰਾਖੇ, ਘਟ ਘਟ ਸ਼ਬਦ ਸੁਭਾਖੇ। ਗੁਰ ਕੇ ਚਰਨ ਉਪਰ ਬਲ ਜਾਈ, ਦਿਨ ਸਰੈਣ ਸਾਸ ਸਾਸ ਮਾਲੀ। ਪੂਰਨ ਸਭਨੀ ਥਾਈ ਰਹਾਉ, ਆਪ ਸਹਾਈ ਹੋਵਾ। ਸੱਚੇ ਦਾ ਸੱਚਾ ਢੋਵਾ, ਤੇਰੀ ਭਗਤ ਵਡਿਆਈ। ਪਾਈ ਨਾਨਕ ਪ੍ਰਭ ਸਰਣਾਈ, ਤੇਰੀ ਭਗਤ ਵਡਿਆਈ। ਪਾਈ ਨਾਨਕ ਪ੍ਰਭ ਸਰਣਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
नानक गुर आस गिरा ਵੱਡਾ ਤੇਰਾ